ਇਹਨੂੰ 60 ਨਾਲ ਲਾ ਲਓ 85 ਨਾਲ ਲਾ ਲਓ ਡਿਲੈਕਸ ਨਾਲ ਲਾ ਲਓ ਕਿੰਨੇ ਨੰਬਰ ਦੀ ਲਾ ਲਓ 60 ਨੂੰ ਵੀ ਲੱਗ ਜਾਏਗਾ ਇਹ। ਹਾਂ ਇਹਦਾ 120 kg ਇੱਕ weight ਦਾ ਵਜ਼ਨ ਹੈ। ਅੱਛਾ ਤੋਂ 260 ਫਾਰ ਸੇਲ ਆ ਜੀ 2017 ਮਾਡਲ ਹੈ ਤੇ ਡੈਲਫੀ ਪੰਪ ਚੌਕ ਵਾਲੇ ਪੰਪ ਦੇ ਵਿੱਚ ਆ ਚੈੱਕ ਕਰੋ ਬੰਪਰ ਮੂਪਰ ਅੱਗੇ ਲੱਗਾ ਹੈ ਹੁੱਕ ਪਿੱਛੇ ਲੱਗੀ ਹੈ। ਲਓ ਜੀ ਇਸ ਤੋਂ ਇਲਾਵਾ ਜੀ ਇਹ 385 ਡਿਲਕਸ ਵੀ ਆ ਗਿਆ ਜੀ ਮਲਕ ਸਈਦ ਫਾਰਮ ਤੇ ਭਾਈ ਰਿਆਜ਼ ਵੀ ਇੱਕ ਨਵੀਂ ਚੀਜ਼ ਤਿਆਰ ਕਰ ਦਿੱਤੀ ਹੈ। ਕਾਫੀ ਬੰਦੇ ਭਾਈ ਰਿਆਜ਼ ਨੂੰ ਕਹਿ ਰਹੇ ਸੀ ਜੀ ਕਦੋਂ ਆਏਗੀ ਤੇ ਭਾਈ ਰਿਆਜ਼ ਮਾਸ਼ਾਅੱਲਾ ਲਓ ਜੀ ਅੱਲਾ ਖੈਰ ਕਰੇ। ਸਭ ਤੋਂ ਪਹਿਲਾਂ ਭਾਈ ਤੁਹਾਨੂੰ ਪਤਾ ਹੀ ਹੈ ਰਿਆਜ਼ ਭਾਵੇਂ ਘਾਟਾ ਖਾ ਲੇ ਪਿੱਛੇ ਨਹੀਂ ਹਟਦਾ ਕਿਉਂ ਭਾਈ ਰਿਆਜ਼? ਐਵੇਂ ਹੀ ਗੱਲ ਹੈ ਜੀ। ਹੈ ਕਰ ਦਿੱਤਾ ਤਿਆਰ ਫਿਰ? ਹਾਂ ਇਹਨੂੰ ਨਾ ਜੀ ਪੈਟਰਨ ਤਿਆਰ ਕਰਵਾਇਆ ਨਵਾਂ। ਪਹਿਲਾਂ ਜਿਹੜਾ ਪੈਟਰਨ ਬਣਾਇਆ ਸੀ ਨਾ ਇਹ ਵੇਖੋ ਨਾ ਪੂਰੀ ਵਿੱਥ ਇੰਜਨ ਅੱਗੇ ਹੋਰ ਜਦੋਂ ਕਾਫਲਾ ਖਿੱਚਣਾ ਹੈ ਨਾ ਇਹ ਪਿੱਛੇ ਬਿਲਕੁਲ ਨਾਲ ਬਹਿ ਜਾਣੀ। ਥੋੜਾ ਜਿਹਾ ਫਰਕ ਸੀ। ਹੁਣ ਇਹ ਜਿਹੜਾ ਹੈਗਾ ਹੈ ਬਾਹਰ ਵਾਲੀ ਸਾਈਡ ਅੰਦਰ ਵਾਲੀ ਇਹ ਕਾਬਲੇ ਲੱਗੇ ਨੇ। ਆ ਬਾਹਰ ਵਾਲੀ ਅੰਦਰ ਵਾਲੀ ਸਾਈਡ ਇਹ ਅੰਦਰ ਵਾਲੀ ਇਹ ਬਾਹਰ ਵਾਲੀ। ਇਹਨੂੰ 60 ਨਾਲ ਲਾ ਲਓ 85 ਨਾਲ ਲਾ ਲਓ ਡਿਲੈਕਸ ਨਾਲ ਲਾ ਲਓ ਕਿੰਨੇ ਨੰਬਰ ਦੀ ਲਾ ਲਓ। 60 ਨੂੰ ਵੀ ਲੱਗ ਜਾਏਗਾ ਇਹ। ਹਾਂ ਇਹਦਾ 120 kg ਇੱਕ weight ਦਾ ਵਜ਼ਨ ਹੈ। ਅੱਛਾ ਆ ਇੱਕ ਕੱਲਾ weight ਵੀ ਲਾ ਸਕਦੇ ਆ? ਦੋ ਨੇ ਜੀ ਇਹ ਜਿਹੜਾ ਹੈ ਨਾ ਕੱਲਾ weight ਇਹ ਥੱਲੇ ਵਾਲਾ ਇਹ ਵੀ ਲੱਗ ਸਕਦਾ ਹੈ ਤੇ ਜਿਹੜਾ ਅਗਰ ਤੁਸੀਂ ਦੋ ਲਾਣੇ ਨੇ ਤੇ ਦੋ ਲਾ ਸਕਦੇ ਜੀ ਕਿਉਂਕਿ ਇਹ ਸੈੱਟ ਹੀ ਇਸ ਤਰ੍ਹਾਂ ਦਾ ਬਣਿਆ ਹੈ। ਇਹ ਜਿਹੜਾ weight ਇਹਦੇ ਨਾਲ ਪਿੱਛੇ ਦੀ ਬਹਿ ਜਾਂਦੀ ਹੈ ਔਰ ਇਹਦੇ ਨਾਲ ਟਰੈਕਟਰ ਇੱਕ ਤੇ ਸਲਿੱਪ ਘੱਟ ਕਰਦਾ ਇੱਕ ਜੰਪਿੰਗ ਘੱਟ ਕਰਦਾ ਹੈ। ਉਹ ਜਿਹੜੇ ਬੰਦਿਆਂ ਨੇ ਦੋ weight ਇਕੱਠੇ ਲਾਏ ਸੀ ਨਾ ਭੈੜੇ ਲੱਗਦੇ ਸੀ ਔਰ ਇਹ ਜਿਹੜਾ weight ਹੈ ਤੇ ਬੜਾ ਜ਼ਬਰਦਸਤ ਚੀਜ਼ ਹੈ। ਇਹ 100 ਕਿਲੋ ਚ ਹੋ ਜਾਂਦੇ ਦੋਵੇਂ ਮਿਲਾ ਕੇ? 120 ਕਿਲੋ ਦਾ ਇੱਕ 60 ਕਿਲੋ ਦਾ ਇੱਕ ਹੈ। 60 ਕਿਲੋ ਦਾ ਇੱਕ weight? ਹਾਂ ਇਹ ਯਾਨੀ ਕਿ 240 kg ਵਜ਼ਨ ਹੋ ਜਾਣਾ ਹੈ ਚੌਂ weighਟਾਂ ਦਾ। ਚੌਵਾਂ weighਟਾਂ ਦਾ। ਔਰ ਉਹਦੇ ਨਾਲ ਟਰੈਕਟਰ ਜਿਹੜਾ ਹੈ ਉਹ ਇੱਕ ਤੇ ਵੈਬਰੇਸ਼ਨ ਨਹੀਂ ਕਰੇਗਾ ਦੂਸਰੇ ਨੰਬਰ ਤੇ ਜਿਹੜਾ ਇਹ ਟਰੈਕਟਰ ਬਿਲਕੁਲ ਬਹਿ ਕੇ ਚੱਲੇਗਾ। ਬਿਲਕੁਲ ਜੀ ਜੀ ਆ ਅੱਜ ਕੱਲ੍ਹ ਤੁਹਾਨੂੰ ਪਤਾ ਨਵੀਂ ਚੀਜ਼ ਆਈ ਤੇ ਲੱਭਣ ਢਈ ਬੰਦਿਆਂ ਨੂੰ ਆਂਦੇ ਯਾਰ ਅਸੀਂ ਲਾਉਣੀ ਇਹ ਸਾਡੇ ਭਾਰ ਹੀ ਆਏ ਨੇ ਦੀਪਾਲਪੁਰੋਂ। ਇਹਨਾਂ ਨੂੰ ਇਹ weight ਦਿੱਤੇ ਨੇ ਜਨਾਬ। ਇੱਕ ਇਹਨਾਂ ਨੂੰ ਛੱਤ ਦਿੱਤੀ ਐਂਪ ਬੁਫਰ ਵਾਲੀ। ਅੱਛਾ ਜੀ। ਇਹਨਾਂ ਕਹੇ ਛੱਤ ਤੁਹਾਡੇ ਕੋਲੋਂ ਹੀ ਲੈਣੀ ਹੈ ਅਸੀਂ ਕਿਸੇ ਪਾਸੇ ਜਾਣਾ ਨਹੀਂ। ਬਾਕੀ ਆ ਗਏ ਨੇ ਵੀ ਆਪਣੇ ਖਿਆਲਾਂ ਦਾ ਇਜ਼ਹਾਰ ਕਰਦੇ ਜੀ। ਅਸਲਾਮ ਵਾਲੇਕੁਮ ਭਾਜੀ। ਜੀ ਵਾਲੇਕੁਮ ਸਲਾਮ ਭਾਜੀ ਕੀ ਹਾਲ ਹੈ ਜੀ? ਜੀ ਸ਼ੁਕਰ ਅੱਲਾ ਦਾ। ਤੇ weight ਪਤਾ ਕਰਦੇ ਰਹੇ ਵਾਵਾ ਕਿਤੇ? ਨਹੀਂ ਜੀ ਪਤਾ ਕੋਈ ਨਹੀਂ ਕੀਤਾ। ਸਾਡੇ ਜਿਹੜੇ ਹਨ ਨਾ ਜੀ ਭਾਈ ਰਿਆਜ਼ ਸਾਹਿਬ ਹਾਂਜੀ ਇਹ ਸਾਡੇ ਪੀਰ ਭਾਈ ਐਂਡ ਬਹੁਤ ਅੱਛੇ ਦੋਸਤ ਹਨ ਜੀ ਤੇ ਜਿੰਦੀ ਵਜ੍ਹਾ ਨਾਲ ਅਸੀਂ ਡਾਇਰੈਕਟ ਇਹਨਾਂ ਕੋਲ ਹੀ ਆਏ ਹਾਂ। ਹਾਂ ਤੇ ਇਹਨਾਂ ਸਾਨੂੰ ਪਹਿਲੇ ਮੈਂ ਆਇਆ ਥਾ ਛੱਤ ਲੈਣ ਵਾਸਤੇ। ਠੀਕ ਹੈ। ਇਹਨਾਂ ਕੋਲ ਛੱਤ ਲਈ ਹੈ ਸਿੱਧੂ ਮੂਸੇ ਵਾਲੀ ਜਿਹੜੀ ਹੈ ਜੀ ਤੇ ਫਿਰ ਇਹਨਾਂ ਨੇ ਕਿਹਾ ਵੀ ਆ weight ਅਸੀਂ ਮੰਗਵਾਏ ਨੇ ਤੇ weight ਅੱਛੇ ਨੇ ਤੁਸੀਂ ਇਹ ਵੀ ਅਗਰ ਲੈਣਾ ਚਾਹੋ ਤੇ ਮੇਰੇ weight ਬਹੁਤ ਪਸੰਦ ਆਏ ਨੇ ਤੇ ਮੈਂ ਇਹ ਵੀ ਲੈ ਲੈਣੇ। ਕਿਹੜੇ 85 ਨੂੰ ਲਾਣੇ ਜੀ? ਹਾਂਜੀ ਇਹ ਜੀ ਕਿੰਨੇ ਮਾਡਲ ਜੀ? 385 24 ਮਾਡਲ ਹੈ ਜੀ। 24 ਮਾਡਲ। ਹਾਂ ਇਹ ਤਕਰੀਬਨ ਮਾਰਚ ਦੀ 15-20 ਤਰੀਕ ਨੂੰ ਲੈ ਗਿਆ ਸੀ। ਠੀਕ ਹੋ ਗਿਆ। ਠੀਕ ਕਿੰਨੇ ਚ ਲੈ ਕੇ ਗਏ ਹੋ? ਇਹ ਜੀ 470 ਰੁਪਏ ਕਿਲੋ ਮਿਲੇ ਨੇ ਸਾਨੂੰ। ਇਹ ਤਾਂ ਟਰੈਕਟਰ ਪੁੱਛ ਰਹੇ ਹੋ ਜੀ? ਹਾਂ ਟਰੈਕਟਰ ਅਸੀਂ ਲੈ ਗਏ ਹਾਂ 2,78,000 ਰੁਪਏ ਦਾ ਮਿਲਿਆ ਜੀ। ਅੱਛਾ ਹੁਣ ਵੀ ਤਕਰੀਬਨ ਇੰਨਾ ਹੀ ਰੇਟ ਮਿਲ ਰਿਹਾ ਸਰਵਿਸ ਟਾਇਰ। ਦੂਸਰੇ ਟਾਇਰਾਂ ਵਿੱਚ 34,50,000 ਦਿੰਦੇ ਸੀ। ਹਾਂਜੀ ਇਸੇ ਤਰ੍ਹਾਂ ਅਸੀਂ ਫਿਰ ਉਹ ਸਰਵਿਸ ਟਾਇਰਾਂ ਲਿਆ 34,78,000 ਰੁਪਏ ਦਾ ਮਿਲਿਆ। ਤੇ ਹੁਣ ਤੁਹਾਡਾ ਕੋਸ਼ਿਸ਼ ਹੈ ਡਿਲਕਸ ਬਣਾਉਣਾ ਇਹਨੂੰ? ਹਾਂਜੀ ਬਿਲਕੁਲ ਭਾਈ ਵੀ ਕਹਿ ਰਹੇ ਨੇ ਕਿ ਆਪਣੇ ਕੋਲ ਹੈ ਇਹਦੀ ਕੋਈ ਅਪਰਚੂਨਿਟੀ ਵੀ ਤੁਹਾਨੂੰ ਜਿਹੜਾ ਦੇਵਾਂਗੇ ਤਾਂ ਕਿ ਆਪਾਂ ਇਹਨੂੰ ਡਿਲਕਸ ਮਾਡਲ ਬਣਾਉਣਾ। ਮੈਂ ਕਿਹਾ ਵੀ ਠੀਕ ਹੈ। ਭਾਈ ਨੇ ਮੈਨੂੰ ਹੋਰ ਬਹੁਤ ਫਾਇਦਾ ਦਿੱਤਾ ਹੈ ਕਿ ਤੁਹਾਡੇ ਘਰ ਜਾ ਕੇ ਆਪਾਂ ਉੱਥੇ ਕਿਸੇ ਤਰੀਕੇ ਨਾਲ ਕਰ ਲਾਂਗੇ। ਅੱਛਾ ਕਿਸੇ ਵਰਕਸ਼ਾਪ ਤੇ ਉਹਨੂੰ ਤੁਹਾਨੂੰ ਸੈੱਟ ਉੱਥੇ ਕਰਾ ਕੇ ਦੇਗਾ ਤੁਹਾਡਾ ਆਉਣ ਜਾਣ ਦਾ ਕਿਰਾਇਆ ਵੀ ਬਚਾਵਾਂਗੇ। ਔਰ ਬਾਕੀ ਕਿਸੇ ਭਰਾ ਨੇ ਸਪੇਸਰ ਪਵਾਉਣਾ ਹੋਵੇ ਸਪੇਸਰ ਵੀ ਪੈ ਜਾਏ। ਇਹਦਾ weight ਜਿਹੜੇ ਨੇ ਇਹ ਵੀ ਮੇਨ ਚੀਜ਼ ਇਹ ਵੀ ਆ ਗਏ ਨੇ ਤੇ ਹੱਲਾਂ ਵੀ ਹੁਣ ਮਾਸ਼ਾਅੱਲਾ ਹੈਗੇ ਨੇ 15-20 ਦਿਨ। ਪਹਿਲਾਂ weight ਸਾਨੂੰ ਦੱਸੋ ਕੀ ਇਹ ਜਨਾਬ ਰੇਟ ਤੇ ਜ਼ਿਆਦਾ ਕਾਸਟ ਹੈ। ਬਾਕੀ 470 ਰੁਪਏ kg ਅਸੀਂ ਦਿਆਂਗੇ। ਮਤਲਬ ਕਿੰਨੇ ਚ ਬਣ ਜਾਂਦੇ ਨੇ ਇਹ? ਅੱਗੇ ਕੈਲਕੂਲੇਸ਼ਨ ਕੱਢੀ ਨਹੀਂ ਕੈਲਕੂਲੇਟ ਯਾਨੀ ਕਿ ਇਹ 240 kg ਵਜ਼ਨ ਹੈ ਤੇ 470 ਨਾਲ ਹਿਸਾਬ ਲਾ ਲਓ ਕਿੰਨੇ ਪੈਸੇ ਬਣਦੇ ਨੇ। ਲਓ ਜੀ ਦੋਸਤੋ ਹਿਸਾਬ ਲਾ ਕੇ ਕਮੈਂਟ ਬਾਕਸ ਵਿੱਚ ਟਰੈਕਟਰ 260-17 ਮਾਡਲ। ਠੀਕ ਹੈ। ਗੇਅਰ ਇਹਦਾ ਬਿਲਕੁਲ ਜ਼ਬਰਦਸਤ ਹੈ। ਇੰਜਨ ਫੁੱਲ ਟਾਇਟ ਹੈ। ਨਵੇਂ ਵਰਗਾ ਟਰੈਕਟਰ ਦੇ ਪੂਰੇ 14 ਨੇ ਪੈ ਨਵੇਂ ਥੋੜਾ ਜਿਹਾ ਉਤੋਂ ਬਸ ਕਸੇ ਨੇ। ਬਾਕੀ ਹੁੱਕ ਮਗਰ ਚੰਗੀ ਤਗੜੀ ਲੱਗੀ ਹੈ। ਜਿੰਨਾ ਮਰਜ਼ੀ ਵਜ਼ਨ ਪਾਓ ਹੁੱਕ ਨਹੀਂ ਚੇਂਜ ਕਰਨੀ ਪੈਣੀ। ਬਾਕੀ ਰੰਗ ਟੰਗ ਟਰੈਕਟਰ ਦਾ ਠੀਕ ਹੈ। ਜ਼ਬਰਦਸਤ ਕਿਸਮ ਦਾ ਟਰੈਕਟਰ ਹੈ ਜਨਾਬ। ਲੈਂਕਾਂ ਸਾਫ਼ ਬਿਲਕੁਲ। ਉਸ ਤੋਂ ਬਾਅਦ ਜਿਹੜੇ ਟਾਇਰ ਨੇ ਨਵੇਂ ਵਰਗੇ ਟਾਇਰ ਨੇ ਕੋਈ ਕੱਟ ਛੱਟ ਨਹੀਂ ਕਿਸੇ ਪਾਸੇ। ਖੁੱਲਿਆ ਤੇ ਨਹੀਂ ਬਿਲਕੁਲ ਖੁੱਲਿਆ ਕੋਈ ਸਰਵਿਸ ਦੇ ਟਾਇਰ ਪਏ ਨੇ ਵੇਖੋ ਨਾ ਤੇ ਟਾਇਰ ਠੀਕ ਨੇ ਚੰਗੇ ਟਾਇਰ। ਸਰਵਿਸ ਰੁਸਤਮ ਪਿਆ ਹੈ। ਹਾਂਜੀ ਬੈਂਪਰ ਲੱਗਾ ਹੈ। ਮੈਂ ਖੁੱਲਿਆ ਨਹੀਂ ਕੰਮ ਕੁਮ ਨਹੀਂ ਹੋਇਆ ਨਹੀਂ ਬਿਲਕੁਲ ਓਕੇ ਆ। ਜੈਨਮਲ ਡਲਫੀ ਦਾ ਪੰਪ ਹੈ। ਇਹ ਨਹੀਂ ਬੰਪਰ ਵੀ ਨਾਲ ਹੀ ਤੇ ਇਹ ਨਹੀਂ ਵੀ ਦੁਬਾਰਾ ਚਾਲੂ
ਮੀਟਰ ਚਾਲੂ, ਹਰ ਚੀਜ਼ ਚਾਲੂ, ਜ਼ਬਰਦਸਤ ਟਰੈਕਟਰ ਹੈ। ਖੁੱਲ ਪੱਟ ਵਾਲਾ ਕੰਮ ਕੋਈ ਨਹੀਂ ਹੈਗਾ। 17 ਮਾਡਲ ਹੈ ਜੀ ਲੋ। ਹਾਂ, ਸਟੈਂਡਰਡ ਬਾਈ ਸਟੈਂਡਰਡ ਟਰੈਕਟਰ ਹੈ। ਅੱਛਾ ਤੇ ਤਕਰੀਬਨ ਕਿਥੋਂ ਨੰਬਰ ਲੱਗਾ? ਨੰਬਰ ਲਾਹੌਰ ਦਾ ਲੱਗਾ ਤੇ ਮੁੱਲ ਕਰਦੇ ਨੇ 17.5 ਲੱਖ। ਬਾਕੀ ਐਵੇਂ ਬੈਸ ਦਾ ਵਾਧੇ ਘਾਟੇ ਵਾਲਾ ਚੱਕਰ ਨਹੀਂ। 17 ਲੱਖ ਦਾ ਟਰੈਕਟਰ ਫਾਈਨਲ ਮਿਲ ਜਾਏਗਾ। 17 ਲੱਖ ਰੁਪਏ ਚ? ਹਾਂਜੀ 17 ਲੱਖ। 17 ਮਾਡਲ ਪੂਰਾ? 17 ਮਾਡਲ ਤੇ 17 ਹੀ ਲੱਖ। ਅੱਛਾ ਤੇ ਕਾਗਜ਼ਾਤ ਵਗੈਰਾ ਕਲੀਅਰ ਹੈ? ਕਲੀਅਰ, ਹਰ ਸ਼ੈ ਓਕੇ। ਕੈਸ਼ ਵਾਲਾ ਟਰੈਕਟਰ, ਬੈਂਕ ਬੁੰਕ ਵਾਲਾ ਨਹੀਂ ਹੈਗਾ। ਅੱਛਾ ਕੈਸ਼ ਵਾਲਾ, ਫਾਈਲ ਮੁਕੰਮਲ ਹੈ। ਬੰਪਰ ਵੀ ਚੰਗਾ ਤਗੜਾ ਲੱਗਾ ਹੈ, ਧੱਕੇ ਮਾਰਨ ਵਾਲਾ। ਇਹ ਨਹੀਂ ਵੀ ਹਲਕਾ ਜਿਹਾ ਚਿੱਬਾ ਚੁੱਬਾ ਹੋ ਗਿਆ ਦਾ, ਨਹੀਂ। ਬਾਕੀ ਕਿੱਲ ਕਾਬਲੇ ਦਾ ਟਰੈਕਟਰ ਸੋਹਣਾ ਹੈ, ਸਾਰਾ ਕੰਮ ਟਰੈਕਟਰ ਦਾ ਓਕੇ ਆ। ਬਾਕੀ ਟਾਇਰ ਵਹਾ ਦਿਓ ਜ਼ਿਮੀਦਾਰ ਭਰਾ। 17 ਮਾਡਲ ਤੇ 17.5 ਲੱਖ ਰੁਪਇਆ ਡਿਮਾਂਡ ਜੀ। ਫਾਈਨਲ 17 ਲੱਖ ਦਾ ਹੋ ਜਾਏਗਾ। ਹਾਂ 17 ਲੱਖ ਰੁਪਏ ਦਾ ਫਾਈਨਲ। ਬਾਕੀ ਉੱਤੇ ਬਹੁਤ ਹਮਲਾ ਸਟਾਰਟ ਵੀ ਹੁੰਦਾ ਕਿ ਉਹ ਨਹੀਂ? ਸਟਾਰਟ ਹੋ ਜਾਂਦਾ ਹੈ, ਬੈਟਰੀ ਥੋੜੀ ਲੋ ਹੈ। ਬਾਕੀ ਜਿਹੜੇ ਟਾਇਰ ਨੇ ਨਾ, ਕੱਟ ਕੁੱਟ ਕੋਈ ਨਹੀਂ ਹੈਗੇ, ਸਾਫ਼ ਟਾਇਰ ਨੇ ਸਰਵਿਸ ਦੇ। ਹਾਂ ਤੇਰੀ ਮਾਂ ਨੂੰ ਪਲੇਟਾਂ ਪਲੂਟਾਂ ਵੀ ਕੋਈ ਨਹੀਂ ਲੱਗੀਆਂ, ਰਿਮ ਬਿਲਕੁਲ ਸਾਫ਼ ਨੇ। ਇਹ ਕਿਤੇ ਮਾੜਾ ਗਿਆ ਨਾ ਰੰਗ ਲੱਗਾ ਹੈ, ਬਾਕੀ ਤਰੇੜ ਤਰੂੜ ਕੋਈ ਚੱਕਰ ਨਹੀਂ ਹੈਗਾ। ਅਗਲੇ ਦੇਖ ਲਓ ਜੀ। ਅੱਛਾ ਤੇ ਰਾਬਤਾ ਨੰਬਰ ਹੈਗਾ 0300 ਪੂਰਾ 41479798। ਮਲਕ ਸਈਦ ਫਾਰਮ ਮਿਲਣਾ ਦੇ ਬਿਲਕੁਲ ਸਾਹਮਣੇ। ਕਹਿੰਦੇ ਓਨਰ ਹੈਗੇ ਨੇ ਮਲਕ ਨਵੀਦ ਸਾਹਿਬ। ਅੱਛਾ ਤੇ ਇਹ ਮਡਗਾਰਡ ਦੇਖੋ ਨਾ ਬਾਬਾ, ਨਾਜ਼ੁਕ ਹਾਲਤ ਹੋਈ। ਨਹੀਂ ਮਗਰਾਟ ਬਿਲਕੁਲ ਸਹੀ ਨੇ, ਸਾਰੇ ਟੇਕਾਂ ਲੱਗੀਆਂ ਨੇ। ਛੱਤ ਲਾਈ ਸੀ ਕਿਸੇ ਨੇ ਨਾ, ਲਾਈ ਹੈ। ਛੱਤ ਲਾਈ ਹੈ ਤੇ ਉਹ ਮਗਰਾਟ ਬਿਲਕੁਲ ਟੁੱਟੇ ਨਹੀਂ ਹੈਗੇ। ਮਗਰਾਟ ਬਿਲਕੁਲ ਸਾਫ਼ ਨੇ, ਥੱਲੇ ਟੇਕਾਂ ਵੀ ਲੱਗੀਆਂ ਨੇ। ਯਾਨੀ ਕਿ 1 ਰੁਪਈਏ ਦਾ ਕੰਮ ਨਹੀਂ ਹੈਗਾ। ਜਾਂਦਿਆਂ ਟਰਾਲੀ ਪਾਓ ਤੇ ਆਪਦੀ ਰੋਜ਼ੀ ਕਮਾਓ। ਸੀਟ ਚੂੜ ਤੇ ਬਹੁਵਾਂ ਉੱਤੇ ਜਰਾ ਇਹਨੂੰ ਮਾਰੋ ਸਲਫ ਜਰਾ ਸਟਾਰਟ। ਸਲਫ ਨਾ ਇਹ ਇਨ ਵਜ 3-4 ਦਿਨ ਹੋ ਗਏ ਨੇ। ਇਹ ਖਲਾ ਹੈ ਵਿੱਚ ਨਾ, ਵਿੱਚ 2 ਛੁੱਟੀਆਂ ਆ ਗਈਆਂ ਤੇ ਥੋੜੀ ਬੈਟਰੀ ਲੋ ਹੈ, ਥੋੜਾ ਚੱਲੇ ਦਾ ਸੈੱਟ ਹੋ ਜਾਏਗਾ। ਧੱਕਾ ਲਾਉਣਾ ਪੈਂਦਾ? ਹਾਂ ਬੈਟਰੀ ਲੋ, ਸਲਫ ਸਟਾਰਟ ਨਹੀਂ ਬਾੜਾ, ਬੈਟਰੀ ਲੋ ਹੈ। ਬਾਕੀ 0300 ਪੂਰਾ 41479798। ਮਲਕ ਨਵੀਦ ਸਾਹਿਬ ਨੇ ਦੇ ਓਨਰ, ਮਲਕ ਸਈਦ ਫਾਰਮ ਮਿਲਰ ਦੇ ਬਿਲਕੁਲ ਸਾਹਮਣੇ। ਹਾਂ ਨਹੀਂ ਟਰੈਕਟਰ ਹੈ ਸਾਫ਼ ਹਾਲਤ ਚ ਅਜੇ? ਹਾਂ ਟਰੈਕਟਰ ਸਾਫ਼ ਹੈ। ਹਾਂ ਤੇ ਕਿਸੇ ਬੰਦੇ ਨੇ ਲਿਆ ਹੈ ਤੇ ਚਾਰੂ ਕੋ ਪੈਸੇ ਦੀ ਲੋੜ ਪੈ ਗਈ ਹੈ, ਉਹ ਤਾਂ ਵੇਚਦਾ ਪਿਆ, ਹੋਰ ਰੌਲਾ ਕੋਈ ਨਹੀਂ। ਹੋਰ ਕੋਈ ਕਮੀ ਪੇਸ਼ੀ ਹੋ ਜਾਏਗੀ ਕਿ ਫਾਈਨਲ ਦੇ? ਨਹੀਂ ਲੋ ਜੀ ਦੋਸਤੋ, ਥੋੜੀ ਬਹੁਤੀ ਹੋਰ ਕਮੀ ਪੇਸ਼ੀ ਹੋ ਜਾਏਗੀ। ਜਿਹੜਾ ਹਫ਼ਤਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ। ਲਾਹੌਰ ਦੇ ਵਿੱਚ ਇਹਨਾਂ ਦਾ ਰਿਹਾਇਸ਼ ਹੈ ਤੇ ਮਲਕ ਨਵੀਦ ਸਾਹਿਬ ਨੂੰ ਸਾਰਾ ਜੱਗ ਜਾਣਦਾ ਹੈ ਜਨਾਬ। ਹਾਂਜੀ ਮਲਕ ਨਵੀਦ ਬਿਲਕੁਲ ਮਿਲਰ ਦੇ ਸਾਹਮਣੇ ਸ਼ੋਰੂਮ ਹੈ ਜੀ। ਰਿਹਾਇਸ਼ ਜੱਟ ਵੀ ਇੱਥੇ ਹੀ ਹੁੰਦਾ ਹੈ। ਤੇ ਰਾਬਤਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ ਹੈ। ਅਗਰ ਕਿ ਜ਼ਿਮੀਂਦਾਰ ਨੇ ਖਰੀਦਦਾਰੀ ਕਰਨੀ ਹੈ ਇਹਨਾਂ ਨਾਲ ਰਾਬਤਾ ਵਗੈਰਾ ਕਰ ਸਕਦਾ ਹੈ। 17 ਮਾਡਲ ਤੇ 17 ਲੱਖ ਰੁਪਏ ਤੱਕ। ਅੱਛਾ ਬਾਕੀ ਇਸ ਤੋਂ ਇਲਾਵਾ ਹੱਲਾਂ ਦਾ ਕੋਈ ਸੀਜ਼ਨ ਆ ਗਿਆ? ਹੱਲਾਂ ਦਾ ਸੀਜ਼ਨ ਆ ਗਿਆ ਜਨਾਬ। ਇਹ ਹੱਲ ਬਣੀ ਪਈ ਨਾ, ਅੱਗੇ ਵੀ ਅਸੀਂ ਕਹਿੰਦੇ ਆ ਵਲੈਤੀ, ਸਾਰੀ ਹੱਲ ਹੀ ਵਲੈਤੀ ਕਿੱਲ ਕਾਬਲੇ ਨਾਲ, ਵਲੈਤੀ ਪੈਪ ਨਾਲ। ਔਰ ਫਰੇਮ ਦੀ ਗਾਰੰਟੀ 10 ਸਾਲ ਦੀ ਹੈ। ਫੁੱਟ ਦੀ ਸਪਰਿੰਗ ਦੀ ਵਾਰੰਟੀ 2 ਸਾਲ ਦੀ ਹੈ। ਉਹ ਰੈਡ ਵਾਲੀ ਹੈ, ਇਹ ਪੈਪ ਵਾਲੀਆਂ ਨੇ। ਹੁਣ ਹੱਲਾਂ ਦਾ ਟਾਈਮ ਇਨਸ਼ਾਅੱਲਾ ਆ ਗਿਆ ਤੇ ਜ਼ੋਰ ਸ਼ੋਰ ਨਾਲ ਹੱਲਾਂ ਜਿਹੜੀਆਂ ਨੇ ਨਾ ਉਹ ਵੀ ਬਣਨ ਦੀਆਂ ਤੇ ਹੋਵੇ ਦਾ ਹਿਸਾਬ ਦਾ। ਇਹ ਜ਼ਿਆਦਾ ਤੁਹਾਡੇ ਕੋਲ ਲਾਲ ਕਲਰ ਦੀ ਆਉਂਦੀ ਹੈ ਹੱਲਾਂ ਦਾ? ਕਿਉਂਕਿ ਟਰੈਕਟਰ ਜ਼ਿਆਦਾ ਮੈਸੀ ਹੈ ਨਾ। ਮੈਸੀ ਨੂੰ ਫਿਰ ਲਾਲ ਕਲਰ ਜ਼ਿਆਦਾ ਸ਼ੂਟੇਬਲ ਕਰਦਾ ਹੈ। ਬਿਲਕੁਲ ਬਿਲਕੁਲ। ਤੇ ਬਾਹਰ ਕਿੱਥੇ ਜਾ ਰਹੇ ਨੇ ਟਰੈਕਟਰ? ਇਹ ਬਸ ਡੀਲਰ ਨੇ ਕੋਈ ਕਿਤੇ ਜਾ ਰਹੇ ਨੇ, ਮੇਰੇ ਸਾਰੇ ਅਫਗਾਨਿਸਤਾਨ ਜਾ ਰਹੇ ਨੇ। ਉਹ ਇਹ ਜਾ ਰਹੇ ਜੇ ਲੋਡ ਹੋ ਗਈ। ਕਿਉਂਕਿ ਇਹ ਜਿਹੜਾ 240 ਹੈ ਨਾ, ਇਹ ਤੇ ਧੰਨੀ ਦਾ ਟੱਗਾ ਹੈ। ਇਹਨੂੰ ਜਿੱਥੇ ਮਰਜ਼ੀ ਵਾਹੋ, ਇਹ ਜਨਾਬ ਪਿੱਛੇ ਨਹੀਂ ਹਟਣ ਵਾਲੀ। ਸ਼ਾਇਦ ਅੱਗ ਲੱਗ ਜਾਏ ਮੋਸ਼ਨ ਨਹੀਂ ਛੱਡੇਦਾ। ਔਰ ਸਾਡੇ ਹੁਣ ਬੰਦਿਆਂ ਕੋਲ ਟਰੈਕਟਰ ਵੱਡੇ, ਜ਼ਾਰ ਵੱਡੇ, ਤੇ ਔਰ ਇਹ ਧੰਨੀ ਦਾ ਟੱਗਾ ਹੈ। ਸਾਰਾ ਅਫਗਾਨਿਸਤਾਨ ਹੀ ਲਈ ਜਾਂਦੇ ਨੇ। ਅੱਗੋਂ ਆਉਂਦੇ ਨੇ ਬਜਟ ਆਉਣ ਲੱਗਾ, ਫਿਰ ਟੈਕਸ ਲੱਗਣ ਲੱਗੇ ਨੇ ਨਵੇਂ। ਤੁਸੀਂ ਉਸ ਲੱਖ ਸੋਲਰ ਲਵਾ ਲਏ ਨੇ, ਉਹ ਵੀ ਰੋਂਡੇ ਨੇ ਵੀ ਫੇਰ ਟੈਕਸ ਦੇਣਾ ਪੈਣਾ। ਅਸੀਂ ਲਵਾਇਆ ਕਿਉਂ ਫਿਰ ਸੋਲਰ? ਬਸ ਭਾਜੀ ਬੰਦੇ ਕਰਦੇ ਨੇ ਬੱਚਤ, ਵੀ ਬੱਚਤ ਹੋਵੇ ਤੇ ਸ਼ਾਇਦ ਐਸ ਕੰਮ ਕਰ ਲਈ ਬੱਚਤ ਤੇ। ਔਰ ਇਹ ਨਹੀਂ ਪਤਾ ਵੀ ਬਾਅਦ ਚ ਟੀਕਾ ਭਰੀ ਬੈਠੇ ਨੇ, ਉਹ ਵੀ ਲੱਗ ਜਾਣਾ। ਹੁਣ ਜਿੱਧਰ ਮੈਂ ਉਸ ਨਾਲ ਰੋਡ ਤੇ ਗਿਆ, ਕਿੱਧਰ ਵੇਖੋ ਸੋਲਰ, ਜਿੱਧਰ ਵੇਖੋ ਸੋਲਰ, ਤੇ ਬੰਦੇ ਲੈ ਕੇ ਟੈਕਸ ਲੱਗ ਗਿਆ ਤੇ ਹੋਰ ਅੱਗੇ ਜ਼ਿਮੀਦਾਰ ਮਰਿਆ ਪਿਆ, ਹੋਰ ਮਰ ਜਾਏਦਾ ਥਾਂ। ਜਿੰਨਾ ਕੋ ਆਸਰਾ ਕਰਕੇ ਕੁਆੜ ਦੇ ਕੋਲ ਪੈਸੇ ਲੈ ਕੇ ਵਾਧਾ ਕਰਦਾ ਕਰਦਾ ਚੁੱਕ ਕੇ ਟਰੈਕਟਰ ਖਰੀਦੇ, ਸੋਲਰ ਲਵਾਏ ਨੇ, ਟੈਕਸ ਲੱਗ ਗਿਆ ਤੇ ਫਿਰ ਉਹ ਵੀ ਸਿਆਪਾ ਬਣ ਜਾਣਾ। ਚਲੋ ਠੀਕ ਹੋ ਗਿਆ ਭਾਈ ਰਿਆਜ਼।